ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਜਿਨ੍ਹਾਂ ਤੌਰ ਤਰੀਕਿਆਂ ਨਾਲ ਕੀਤੀ ਗਈ ਜਾਂ ਭ੍ਰਿਸ਼ਟਾਚਾਰ ਦੇ ਜੋ ਇਲਜ਼ਾਮ ਲੱਗੇ ਹਨ, ਉਹਨਾਂ ਨੇ ਮੁਕੱਦਸ ਸਿੱਖ ਸੰਸਥਾ ਦੇ ਅਰਸ਼ ਨੂੰ ਵੀ ਢਾਹ ਲਗਾਈ ਹੈ। ਨਾਲ ਹੀ ਸੰਗਤ ਵਿੱਚ ਵੀ ਇੱਕ ਭਰੋਸੇ ਦਾ ਸੰਕਟ ਉਤਪੰਨ ਹੋਇਆ ਹੈ। ਹੁਣ ਜਦੋਂ ਦਿੱਲੀ ਦੀ ਸਿੱਖ ਸੰਗਤ ਮੁੜ ਦਿੱਲੀ ਕਮੇਟੀ ਦੇ ਅਹੁਦੇਦਾਰ ਚੁਣ ਜਾ ਰਹੀ ਹੈ ਤਾਂ ਉੱਘੇ ਸਿੱਖ ਇੰਡਸਟਰੀਅਲਿਸਟ ਇਕਬਾਲ ਸਿੰਘ ਆਨੰਦ ਨੇ ਕਮੇਟੀ ਚੋਣਾਂ ਲੜਨ ਵਾਲੀਆਂ ਸਾਰੀਆਂ ਧਿਰਾਂ ਦੇ ਸਾਹਮਣੇ ਕਮੇਟੀ ਦੀ ਸੁਚੱਜੀ ਅਗਵਾਈ ਦਾ ਇੱਕ ਖਾਕਾ ਰੱਖਿਆ ਹੈ, ਜਿਸ ਵਿੱਚ DSGNC ਅਤੇ ਇਸ ਦੇ ਅਧੀਨ ਅਦਾਰਿਆਂ ਵਿੱਚ ਸੁਧਾਰ ਸਮੇਤ ਵਿਕਾਸ ਦਾ ਪੂਰਾ ਪ੍ਰੋਗਰਾਮ ਹੈ। ਉਹਨਾਂ ਨੇ ਬਿੰਦੂਵਾਰ ਬਹੁਮੁੱਲੇ ਸੁਝਾਅ ਦਿੱਤੇ ਹਨ, ਜਿਸ ਨਾਲ DSGNC ਦੀ ਅਗਵਾਈ ਵਿੱਚ ਪਾਰਦਰਸ਼ਤਾ ਆਵੇਗੀ, ਜਿਸ ਦੇ ਉਚੇਚੇ ਤੌਰ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਸਭ ਤੋਂ ਪਹਿਲਾ ਅਤੇ ਅਹਿਮ ਸੁਝਾਅ ਗੁਰੂ ਕੀ ਗੋਲਕ ਦੇ ਇਸਤੇਮਾਲ ਵਿੱਚ ਸੰਗਤ ਨਾਲ ਪਾਰਦਰਸ਼ਤਾ ਨੂੰ ਰੱਖਿਆ ਹੈ, ਜਿਸ ਲਈ ਉਹਨਾਂ ਨੇ ਕੰਪਿਊਟਰੀਕ੍ਰਿਤ ਤਕਨੀਕ ਜ਼ਰੀਏ ਪਾਈ ਦਾ ਹਿਸਾਬ ਸੰਗਤ ਦੇ ਸਨਮੁਖ ਕਰਨ ਦੀ ਵਿਵਸਥਾ ਦੱਸੀ ਹੈ। ਪਹਿਲਾ ਪੁਆਇੰਟ ਹੈ ਬਈ ਗੁਰਦੁਆਰੇ ਦੀ ਗੋਲਕ ਨੂੰ ਟਰਾਂਸਪੇਰੈਂਟ ਔਰ ਸੰਗਤ ਦੇ ਨਾਲ ਸ਼ੇਅਰ ਕਰਨ ਵਾਸਤੇ ਸਾਨੂੰ ਕੰਪਿਊਟਰਾਈਜੇਸ਼ਨ ERP ਉਹ ਸਿਸਟਮ ਹੈ ਜਿਹਦੇ ਨਾਲ ਤੁਹਾਡੇ ਇੱਕ ਪੈਸੇ ਦੀ ਜਿਹੜੀ ਹੈ ਉਹ ਅਕਾਊਂਟੇਬਿਲਿਟੀ ਹੋ ਜਾਂਦੀ ਹੈ। ਜੇ ਸੰਗਤ ਨੇ ਗੋਲਕ ਵਿੱਚ ਪੈਸਾ ਪਾਇਆ ਹੈ ਤਾਂ ਉਹ ਪੈਸੇ ਦਾ ਕੀ ਵਰਤੋਂ ਹੋਇਆ ਹੈ, ਅਖੀਰ ਤੱਕ ਉਹਦੀ ਸਟੇਟਮੈਂਟ ਆ ਜਾਂਦੀ। ਔਰ ਇਹ ਜਿੰਨਾ ਹੈ ਇਹ ਹਰ ਮਹੀਨੇ ਦੇ ਮਹੀਨੇ ਇੱਕ ਪਿੰਨ ਕੋਡ ਦਿੱਤਾ ਜਾਏ ਸੰਗਤ ਨੂੰ, ਉਹਦੇ 'ਚ ਲੌਗਇਨ ਕਰਕੇ ਵੇਖ ਸਕਣ ਕਿ ਇਸ ਮਹੀਨੇ ਵੇਰੀਅਸ ਗੁਰਦੁਆਰਿਆਂ ਦੇ ਵਿੱਚ ਕੀ ਰੈਵਨਿਊ ਆਇਆ ਹੈ ਔਰ ਇਹਨਾਂ ਨੇ ਖਰਚਾ ਕੀ ਕੀਤਾ ਹੈ। ਇਹ ਤੇ ਹੈ ਗੁਰਦੁਆਰੇ ਦੇ ਗੋਲਕ ਦਾ। ਦੂਜਾ ਵਿਕਾਸ ਹਿੱਤ ਬਹੁਮੁੱਲਾ ਸੁਝਾਅ ਗੁਰਦੁਆਰਾ ਸੁਧਾਰ ਲਈ ਇੱਕ ਗੁਰਮਤ ਸਕਿੱਲ ਸੈਂਟਰ ਦੀ ਉਸਾਰੀ ਉਹਨਾਂ ਨੇ ਰੱਖਿਆ ਹੈ, ਜਿੱਥੇ ਗ੍ਰੰਥੀ ਸਿੰਘਾਂ ਕੀਰਤਨੀਆਂ ਸਮੇਤ ਉਹਨਾਂ ਨੂੰ ਗੁਰਮਰਿਆਦਾ ਦੇ ਪ੍ਰਪੱਕ ਬਣਾਉਣ ਸਮੇਤ ਮਰਿਆਦਾ ਦੇ ਸਹੀ ਨਿਰਵਾਹ ਲਈ ਬਕਾਇਦਾ ਇੱਕ ਕਮੇਟੀ ਨਜ਼ਰਸਾਨੀ ਕਰੇ। ਗੁਰਦੁਆਰਾ ਸਾਹਿਬ ਵਿੱਚ ਸੁਰੱਖਿਆ ਵਿਵਸਥਾ ਲਈ ਦਸ਼ਮੇਸ਼ ਅਕੈਡਮੀ ਖੁੱਲੇ, ਜਿੱਥੇ ਅਜਿਹੇ ਬੰਦੇ ਟ੍ਰੇਨ ਕੀਤੇ ਜਾਣ ਜੋ ਸਿਕਿਉਰਿਟੀ ਪ੍ਰਬੰਧ ਚਲਾਉਣ ਲਈ ਉਹਨਾਂ ਦੀ ਟ੍ਰੇਨਿੰਗ ਹੋਵੇ। ਉਸ ਤੋਂ ਬਾਅਦ ਗੁਰਦੁਆਰੇ ਸੁਧਾਰ ਲਈ ਇੱਕ ਗੁਰਮਤ ਸਕਿੱਲ ਸੈਂਟਰ ਬਣਨਾ ਚਾਹੀਦਾ ਹੈ, ਕਿਉਂ ਅੱਜ ਅਸੀਂ ਵੇਖਦੇ ਹਾਂ ਸਾਡੇ ਭਾਈਆਂ ਨੂੰ ਪੂਰੀ ਗੁਰਮਤ ਬਾਰੇ ਨਹੀਂ ਪਤਾ। ਉੱਥੇ 2 ਜਾਂ 3 ਮੈਂਬਰੀ ਕਮੇਟੀ ਬਣਾ ਕੇ ਇੱਕ ਕੋਰਸ ਬਣਾਉਣਾ ਚਾਹੀਦਾ ਹੈ। ਬਾਈ ਆਰਡੀਨਰੀ ਭਾਈ ਦਾ ਕੀ ਕੋਡ ਆਫ ਕੰਡਕਟ ਹੋਣਾ ਚਾਹੀਦਾ ਹੈ ਔਰ ਜਿਹੜੇ ਤਾਬੇ 'ਤੇ ਬੈਠੇ ਨੇ ਉਹਨਾਂ ਦਾ ਕੀ ਕੋਡ ਆਫ ਕੰਡਕਟ ਹੋਣਾ ਚਾਹੀਦਾ ਹੈ, ਅਤੇ ਜਿਹੜੇ ਕੀਰਤਨ ਕਰਨੇ ਨੇ ਉਹਨਾਂ ਦਾ ਕੀ ਕੋਡ ਆਫ ਕੰਡਕਟ ਹੁੰਦਾ ਹੈ। ਇਹ ਫਿਰ ਸਾਨੂੰ ਹਰ 3 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਇਹਦਾ ਇੱਕ ਐਗਜ਼ਾਮ ਲੈਣਾ ਚਾਹੀਦਾ ਹੈ। ਜਿਹੜੇ 'ਤੇ ਪਾਸ ਹੋ ਜਾਣ ਆਪਣੀ ਅਹੁਦੇ ਦੇ ਉੱਤੇ ਉਹਨਾਂ ਨੂੰ ਅਹੁਦੇ 'ਤੇ ਡਿਪਿਊਟ ਕਰਨਾ ਚਾਹੀਦਾ ਹੈ ਔਰ ਉਹਨਾਂ ਦੀਆਂ ਅੱਛੀਆਂ ਸੈਲਰੀਜ਼ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਕਿ ਜਿਹੜੇ ਤਾਬੇ 'ਤੇ ਬੈਠੇ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਨੇ ਭਾਈ ਸਾਹਿਬ, ਉਹਨਾਂ ਦੀ ਘੱਟ ਤੋਂ ਘੱਟ ਲੱਖ ਰੁਪਇਆ ਤਨਖਾਹ ਹੋਵੇ, ਗੱਡੀ ਡਰਾਈਵਰ ਨਾਲ ਹੋਵੇ, ਬੱਚੇ ਉਹਨਾਂ ਦੇ ਫ੍ਰੀ ਪੜ੍ਹਨ। ਔਰ ਇਸੇ ਤਰ੍ਹਾਂ ਹੀ ਜਿਹੜੇ ਭਾਈ ਸਾਹਿਬ ਥੱਲੇ ਹੈਗੇ ਨੇ ਜਿਨ੍ਹਾਂ ਨੇ ਸਕੂਲ ਪਾਸ ਕਰ ਲਿਆ, ਉਹਨਾਂ ਦੀ ਘੱਟ ਤੋਂ ਘੱਟ 20,000 ਤੋਂ ਲੈ ਕੇ 25,000 ਰੁਪਏ ਮਹੀਨੇ ਤੱਕ ਦੀ ਤਨਖਾਹ ਹੋਣੀ ਚਾਹੀਦੀ ਹੈ। ਫਿਰ ਆਡਿਟ ਹੋਣਾ ਚਾਹੀਦਾ ਹੈ ਕਿ ਕਿਤਨੇ ਭਾਈ ਸਾਹਿਬ ਫਾਲਤੂ ਹੈਗੇ ਨੇ ਥੱਲੇ, ਚਾਹੇ ਤੁਸੀਂ ਉਹਨਾਂ ਨੂੰ ਗੇਟ ਕੀਪਰ ਲੈ ਲਓ ਜਾਂ ਜੋ ਵੀ ਹੈ, ਉਹ ਸਾਰਿਆਂ ਦੀ ਲਿਸਟ ਬਣਨੀ ਚਾਹੀਦੀ ਹੈ। ਗੁਰਦੁਆਰੇ ਦੇ ਅੰਦਰ ਹੀ ਇੱਕ ਦਸ਼ਮੇਸ਼ ਸਿਕਿਉਰਿਟੀ ਅਕੈਡਮੀ ਖੁੱਲ੍ਹਣੀ ਚਾਹੀਦੀ ਹੈ, ਜਿੱਥੇ ਉਹ ਬੰਦੇ ਟ੍ਰੇਨ ਕੀਤੇ ਜਾਣ ਸੇਫਟੀ, ਸਿਕਿਉਰਿਟੀ ਔਰ ਐਡਮਿਨਿਸਟ੍ਰੇਸ਼ਨ ਦੇ ਵਾਸਤੇ। ਟ੍ਰੇਨ ਕਰਨ ਵਾਸਤੇ ਸਾਡੇ ਕੋਲ ਜਨਰਲਸ ਹੈਗੇ, ਚੰਗੇ ਐਕਸਪਰਟਸ ਹੈਗੇ, ਜਿਹੜੇ ਉਹ ਇਹ ਕੰਮ ਕਰਨ ਨੂੰ ਤਿਆਰ ਨੇ ਬਗੈਰ ਪੈਸੇ ਲਿਆ। ਤੋ ਜਿਸ ਵੇਲੇ ਇਹ ਇੱਕ ਹੋ ਜਾਏ ਤਾਂ ਇਹ ਇੰਨੀ ਜਿਹੜੇ ਭਾਈ ਸਾਹਿਬ ਫਾਲਤੂ ਹੈਗੇ ਨੇ ਉਹ ਉਹਨਾਂ ਦੀ ਯੂਟੀਲਾਈਜੇਸ਼ਨ ਅੱਛੀ ਹੋ ਜਾਂਦੀ ਹੈ। ਉਹ 17,000 ਰੁਪਏ ਮਹੀਨੇ ਦਾ ਕਮਾਉਣ ਲੱਗ ਪੈਣਗੇ।
ਅਗਲਾ ਸੁਝਾਅ ਉਹਨਾਂ ਨੇ ਸਿੱਖ ਬੈਕਵਰਡਸ ਕਲਾਸ ਜਿਵੇਂ ਕਿ ਸਿਕਲੀਗਰ ਬੰਜਾਰੇ ਆਦਿ ਦੀ ਮਦਦ ਲਈ ਉਪਰਾਲੇ ਕੀਤੇ ਜਾਣ ਦਾ ਦਿੱਤਾ ਹੈ। ਉਹਨਾਂ ਨੇ ਪੂਰੀ ਵਿਵਸਥਾ ਸਮਝਾਈ ਹੈ ਤਾਂ ਜੋ ਉਹਨਾਂ ਨੂੰ ਮੁੱਖ ਸਿੱਖ ਧਾਰਾ ਨਾਲ ਜੋੜਿਆ ਜਾ ਸਕੇ। ਸਾਡੀ ਸਿੱਖ ਬੈਕਵਰਡ ਕਲਾਸਿਸ ਬਹੁਤ ਹੀ ਪਿੱਛੇ ਰਹਿ ਗਈਆਂ। ਸਿੱਖ ਬੈਕਵਰਡ ਕਲਾਸਿਸ ਨੂੰ ਅੱਗੇ ਲਿਆਉਣ ਵਾਸਤੇ ਜਿਸ ਤਰ੍ਹਾਂ ਸਿਕਲੀਗਰ ਨੇ, ਬੰਜਾਰੇ ਨੇ, ਲੁਬਾਣੇ ਨੇ, ਇਹਨਾਂ ਵਾਸਤੇ ਇੱਕ ਫੋਰਮ ਖੁੱਲ੍ਹਣਾ ਚਾਹੀਦਾ ਹੈ, ਬੈਕਵਰਡ ਕਲਾਸਿਸ ਫੋਰਮ। ਉਹ ਫੋਰਮ ਦੀ ਫੰਡਿੰਗ ਸਿਰਫ ਡੋਨੇਸ਼ਨਸ ਨਾਲ ਹੋਣੀ ਚਾਹੀਦੀ ਹੈ। ਉਹਦਾ ਇੱਕ ਬਜਟ ਬਣਨਾ ਚਾਹੀਦਾ ਹੈ ਬਈ ਅਸੀਂ ਕੀ ਕੰਮ ਕਰਨਾ ਚਾਹੁੰਦੇ ਹਾਂ ਔਰ ਉਹਨੂੰ ਲਿਸਟ ਕਰਕੇ ਤੇ ਸੰਗਤ ਨਾਲ ਸ਼ੇਅਰ ਕਰਨ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ, ਇੰਨੇ ਸਿਕਲੀਗਰ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ, ਇੰਨੇ ਸਿਕਲੀਗਰ ਫੈਮਲੀਆਂ ਦੇ ਘਰ ਬਣਾਉਣਾ ਚਾਹੁੰਦੇ ਹਾਂ, ਤਾਂ ਕਿ ਉਹਨਾਂ ਦੇ ਵਿੱਚ ਵੀ ਇਹ ਆਵੇ ਕਿ ਅਸੀਂ ਵੀ ਸਿੱਖ ਹਾਂ। ਹਾਲਾਂਕਿ ਉਹ ਸਭ ਤੋਂ ਕੱਟੜ ਸਿੱਖ ਨੇ, ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੈ, ਬਾਣੀ ਵੀ ਪੜ੍ਹਦੇ ਨੇ, ਪਰ ਸਾਡੀ ਕਮਿਊਨਿਟੀ ਤੋਂ ਦੂਰ ਨੇ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਭਗਤਾਂ, ਸੂਫੀਆਂ, ਸੰਤਾਂ ਦੀ ਬਾਣੀ ਦਰਜ ਹੈ ਉਹਨਾਂ ਦਾ ਇੱਕ ਦਿਹਾੜਾ ਮਨਾਉਣ ਦੀ ਵਿਵਸਥਾ ਕੀਤੀ ਜਾਵੇ। ਗੁਰੂ ਸਾਹਿਬ ਦੇ ਗ੍ਰੰਥ ਸਾਹਿਬ ਦੇ ਜਿੰਨੇ ਵੀ ਭਗਤ ਹੈ ਜਿਨ੍ਹਾਂ ਦੀ ਬਾਣੀ ਦਰਜ ਹੈ ਉਹਨਾਂ ਦੇ ਨਾਮ ਦੇ ਉੱਤੇ ਇੱਕ ਦਿਨ ਮਨਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ ਜਗਤ ਨੂੰ ਪਤਾ ਲੱਗ ਸਕੇ ਬਈ ਉਹ ਗੁਰਬਾਣੀ ਜਿਹੜੀ ਹੈ ਇਹ ਇੱਕ ਕਾਮਨ ਗੁਰਬਾਣੀ ਹੈ, ਇਹ ਕਿਸੇ ਇੱਕ ਧਰਮ ਦੀ ਗੁਰਬਾਣੀ ਨਹੀਂ। ਅਗਲਾ ਅਹਿਮ ਅਤੇ ਮਹੱਤਵਪੂਰਨ ਸੁਝਾਅ ਉਹਨਾਂ ਨੇ ਦਿੱਤਾ ਹੈ ਕਿ ਕਈ ਬਜ਼ੁਰਗ ਹਨ, ਲੋੜਵੰਦ ਹਨ ਜੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਆ ਸਕਦੇ ਅਤੇ ਇਸ ਉਦਮ ਲਈ 10-10 ਬੱਸਾਂ ਹੋਣ ਤਾਂ ਜੋ ਇੱਕ ਜ਼ੋਨ ਵਿੱਚ ਜਾਣ ਤੇ ਸੰਗਤ ਜੋ ਖੁਦ ਨਹੀਂ ਆ ਸਕਦੀ ਉਸ ਨੂੰ ਗੁਰਦੁਆਰਾ ਸਾਹਿਬ ਲਿਆਉਣ ਦੀ ਵਿਵਸਥਾ ਕੀਤੀ ਜਾਵੇ। ਅੱਜ ਕਈ ਬਜ਼ੁਰਗ ਨੇ ਜਿਹੜੇ ਵਿਚਾਰੇ ਆ ਨਹੀਂ ਸਕਦੇ, ਗੁਰਦੁਆਰੇ ਮੱਥਾ ਟੇਕ ਨਹੀਂ ਸਕਦੇ। ਮੈਂ ਤੇ ਇਹ ਚਾਹਾਂਗਾ ਕਿ ਇਹਨਾਂ ਨੂੰ 10 ਬੱਸਾਂ ਖਰੀਦਣੀਆਂ ਚਾਹੀਦੀਆਂ ਨੇ ਜਿਹੜੀਆਂ ਇੱਕ ਜ਼ੋਨ ਵਿੱਚ ਭੇਜਣ ਔਰ ਉਹਦਾ ਰੂਟ ਤੈਅ ਕਰਨ ਔਰ 65 ਸਾਲ ਤੋਂ ਉੱਤੇ ਜਿਹੜੀ ਸੰਗਤ ਹੈ ਜਿਹੜੀ ਖੁਦ ਨਹੀਂ ਆ ਸਕਦੀ ਉਹਨੂੰ ਲਿਆਇਆ ਜਾਏ ਔਰ ਗੁਰਦੁਆਰਿਆਂ ਦੇ ਦਰਸ਼ਨ ਕਰਾਏ ਜਾਣ, ਫਿਰ ਉਹਨਾਂ ਨੂੰ ਵਾਪਸ ਛੱਡਿਆ ਜਾਏ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਹਿੱਤ ਉਹਨਾਂ ਨੇ ਇੱਕ ਅਹਿਮ ਤੇ ਬਹੁਮੁੱਲਾ ਸੁਝਾਅ ਦਿੱਤਾ ਹੈ ਜਿਸ ਤਹਿਤ ਇੱਕ ਗੁਰਮਤ ਐਜੂਕੇਸ਼ਨ ਫੋਰਮ ਕਾਇਮ ਕਰਦਿਆਂ ਨਵੀਂ ਪੀੜ੍ਹੀ ਨੂੰ ਗੁਰਬਾਣੀ, ਪੰਜਾਬੀ ਭਾਸ਼ਾ, ਕੀਰਤਨ ਬਾਰੇ ਦੱਸਿਆ ਜਾਵੇ। ਇਸ ਲਈ ਬਕਾਇਦਾ ਵਾਇਨਾਂ ਚਲਾਈਆਂ ਜਾਣ ਜਿੱਥੇ ਥਾਂ-ਥਾਂ ਪਹੁੰਚ ਕੇ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਆਪਣੀ ਗੁਰਮਤ ਨੂੰ ਫੈਲਾਉਣ ਵਾਸਤੇ ਸਾਨੂੰ ਇੱਕ ਐਜੂਕੇਸ਼ਨ ਗੁਰਮਤ ਫੋਰਮ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਅਸੀਂ 6 ਵੈਨਾਂ ਲਈਏ ਔਰ ਜਿਸ ਵੇਲੇ ਔਰ ਕਾਲ ਸੈਂਟਰ ਇੱਕ ਹੋਵੇ ਜਿੱਥੇ ਸੰਗਤ ਦਿੱਲੀ ਦੀ ਮੰਗ ਕਰ ਸਕੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਸਿੱਖਣ ਦੀ ਲੋੜ ਹੈ, ਕਿਸੇ ਨੂੰ ਗੁਰਮਤ ਬਾਰੇ ਵਿਚਾਰ ਕਰਨ ਦੀ ਲੋੜ ਹੈ ਜਾਂ ਕੀਰਤਨ ਸਿੱਖਣ ਦੀ ਲੋੜ ਹੈ। ਉਹ ਵੈਨ ਜਿਸ ਤੱਕ 10 ਬੱਚੇ ਹੋ ਜਾਣ ਇਕੱਠੇ ਤੇ ਉਹ ਵੈਨ ਜਾਵੇ ਔਰ ਉੱਥੇ 500 ਰੁਪਏ ਮਹੀਨਾ ਉਹਨਾਂ ਦਾ ਲਿਆ ਜਾਏ। ਕੀਰਤਨ ਵਾਲੀਆਂ ਨੂੰ ਕੀਰਤਨ ਸਿਖਾਇਆ ਜਾਏ, ਬੱਚਿਆਂ ਨੂੰ ਪੰਜਾਬੀ ਸਿਖਾਈ ਜਾਏ ਔਰ ਗੁਰਮਤ ਬਾਰੇ ਦੱਸਿਆ ਜਾਏ। ਇਹ ਤੇ ਹੋ ਗਏ ਸੁਧਾਰ ਗੁਰਦੁਆਰਿਆਂ ਦੇ। DSGMC ਅਧੀਨ ਵਿਦਿਅਕ ਅਦਾਰਿਆਂ, ਸਕੂਲਾਂ ਦੇ ਮਿਆਰ 'ਚ ਸੁਧਾਰ ਲਈ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਇੱਕ ਕੌਂਸਲ ਬਣਾਈ ਜਾਵੇ ਜਿਸ 8 ਮੈਂਬਰੀ ਕਮੇਟੀ ਵਿੱਚ IAS, IPS, ਜਰਨਲਸ ਤੇ ਐਜੂਕੇਸ਼ਨਿਸਟ ਰੱਖੇ ਜਾਣ ਜਿਨ੍ਹਾਂ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ 'ਚ ਸਕੂਲ ਚੱਲਣ। ਸਕੂਲਾਂ ਦਾ ਕੀ ਹੋਣਾ ਚਾਹੀਦਾ ਕਿ ਇਹਨਾਂ ਨੂੰ ਇੱਕ ਕੌਂਸਲ ਬਣਾਉਣੀ ਚਾਹੀਦੀ ਹੈ ਜਿਹਦੇ 'ਚ IAS, IPS, ਜਨਰਲਸ ਔਰ ਐਜੂਕੇਸ਼ਨਿਸਟ ਇਹ 8 ਮੈਂਬਰ ਦੀ ਕਮੇਟੀ ਹੋਣੀ ਚਾਹੀਦੀ ਜਿਹੜੇ ਡਿਟੇਲ ਦੇ ਵਿੱਚ ਸਕੂਲਾਂ ਦੇ ਡਰਾਫਟਿੰਗ ਕਰਨ, SOPs ਬਣਾਉਣ ਔਰ ਰੋਲ ਰਿਸਪੌਂਸਿਬਿਲਿਟੀਜ਼ ਦਾ ਇੱਕ ਏਜੰਡਾ ਬਣਾਉਣ, ਟੀਚਰਸ ਦੀ ਕੁਆਲੀਫਿਕੇਸ਼ਨ ਬਾਰੇ, ਉਹਨਾਂ ਦੇ ਐਕਸਪੀਰੀਅੰਸ ਬਾਰੇ। ਔਰ ਉਸ ਤੋਂ ਬਾਅਦ ਜਿਹੜਾ ਵੀ ਨਾਨ ਟੀਚਿੰਗ ਸਟਾਫ ਸਰਪਲਸ ਹੈ 300 ਜਾਂ 400 ਬੰਦੇ ਉਹਨਾਂ ਨੂੰ 1 ਟਾਈਮ ਪੇਮੈਂਟ ਦੇ ਕੇ ਤੇ ਉਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਹੈ ਔਰ ਨਾਲ ਹੀ ਅਸੈਸ ਕਰਨਾ ਚਾਹੀਦਾ ਕਿ ਕਿਹੜੇ ਟੀਚਰਾਂ 'ਚ ਸਕਿੱਲ ਦੀ ਕਮੀ ਹੈ, ਜਿਹੜੀਆਂ ਸਕਿੱਲ ਲੈ ਕੇ ਤੇ ਉੱਪਰ ਆ ਸਕਦੀਆਂ। ਉਹਨਾਂ ਵਾਸਤੇ 2-2 ਘੰਟੇ ਦਾ ਆਫਟਰ ਦ ਸਕੂਲ ਸਕਿੱਲ ਡਿਵੈਲਪਮੈਂਟ ਦਾ ਪ੍ਰੋਗਰਾਮ ਹੋਣਾ ਚਾਹੀਦਾ। ਜਿਹੜੇ ਸਕਿੱਲ ਤੋਂ ਥੱਲੇ ਹੈਗੀਆਂ ਨੇ ਉਹਨਾਂ ਨੂੰ ਪੇ ਆਫ ਕਰ ਦੇਣਾ ਚਾਹੀਦਾ ਔਰ ਸਕੂਲ ਟੋਟਲ ਕੰਟਰੋਲ ਇੰਡੀਪੈਂਡੈਂਟਲੀ ਉਹਨਾਂ ਦੀ ਰਨਿੰਗ ਜਿਹੜੀ ਹੈ ਉਹ ਇਸ ਕਮੇਟੀ ਕੋਲ ਹੋਣੀ ਚਾਹੀਦੀ ਹੈ। ਕੋਈ ਇੰਟਰਵੈਂਸ਼ਨ ਨਹੀਂ ਹੋਣੀ ਚਾਹੀਦੀ
ਗੁਰਦੁਆਰਾ ਕਮੇਟੀ ਦੀ, ਕਿਉਂਕਿ ਇਹ ਕੌਂਸਲ ਆਪਣਾ ਪੂਰਾ ਸਾਲ ਦਾ ਪਲਾਨ ਦੇ ਦੇਗੀ ਕਿ ਅਸੀਂ ਕੀ ਕਰਨਾ ਹੈ ਔਰ ਉਸ ਨੂੰ ਇਹ ਅਪਰੂਵ ਕਰਨ ਔਰ ਬੇਸ਼ੱਕ ਹਰ ਮਹੀਨੇ ਦੇ ਮਹੀਨੇ ਉਹਨਾਂ ਕੋਲੋਂ ਪ੍ਰੋਗਰੈਸ ਲੈਣ। ਚੇਅਰਮੈਨ ਇਹਨਾਂ ਸਕੂਲਾਂ ਦੇ ਚੰਗੇ ਪੜ੍ਹੇ ਲਿਖੇ ਵਿਦਵਾਨ ਹੋਣੇ ਚਾਹੀਦੇ, ਜਿਨ੍ਹਾਂ ਦੀ ਵਿਜ਼ਨ ਹੋਵੇ ਭਾਈ ਸਕੂਲਾਂ ਨੂੰ ਅਸੀਂ ਕਿੱਥੇ ਲੈ ਕੇ ਜਾਣਾ, ਕੀ ਕਮੀਆਂ ਨੇ ਔਰ ਕਿਵੇਂ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੇਣਾ ਹੈ, ਇੱਕ ਚੈਲੰਜ ਦੇਣੀ ਹੈ ਕਿ ਇਹ ਇੰਪਰੂਵ ਹੋ ਸਕਣ। ਐਜੂਕੇਸ਼ਨ ਜਿਹੜੀ ਹੈ ਇਹ ਬਹੁਤ ਹੀ ਵੱਡੀ ਲੋੜ ਹੈ। ਫਿਰ ਸਾਨੂੰ ਇੱਕ ਸਪੈਸ਼ਲ ਕੰਪਿਊਟਰਾਈਜੇਸ਼ਨ ਦੀ ਇੱਕ ਸੈੱਲ ਬਣਾਉਣਾ ਚਾਹੀਦਾ ਜਿਹਨੂੰ ਕਹਿੰਦੇ ਆ ਆਈਟੀ ਦੇ ਵਿੱਚ ਸਾਨੂੰ ਬੱਚਿਆਂ ਨੂੰ ਫਾਰਮਲ ਟ੍ਰੇਨਿੰਗ ਦੇਣੀ ਚਾਹੀਦੀ ਹੈ, ਜੌਬ ਓਰੀਐਂਟਡ, ਜਿਸ ਤਰ੍ਹਾਂ ਕਿ CAD ਐਂਡ CAM ਜਾਂ ਡਿਜ਼ਾਈਨਿੰਗ, ਤਾਂ ਕਿ ਉਹ ਸੌਫਟਵੇਅਰ CATIA, UNISEX ਇਹ ਲੈ ਕੇ ਤੇ ਡਿਜ਼ਾਈਨਿੰਗ ਆਫ ਪ੍ਰੋਡਕਟਸ ਆਫ ਵੇਰੀਅਸ ਆਈਟਮਸ ਇਹ ਕਰਨ। ਕੋਰਸ ਕਰਨ ਤੋਂ ਬਾਅਦ ਇਸ ਕੈਟੇਗਰੀ ਦੇ ਬੰਦਿਆਂ ਦੀ ਮਾਰਕੀਟ ਵਿੱਚ ਬਹੁਤ ਜ਼ਿਆਦਾ ਲੋੜ ਹੈ ਔਰ ਬੜੇ ਆਰਾਮ ਨਾਲ 40 ਹਜ਼ਾਰ ਰੁਪਏ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਮਿਲ ਸਕਦੀਆਂ। ਫਿਰ ਸਾਨੂੰ ਇੱਕ ਵੋਕੇਸ਼ਨਲ ਟ੍ਰੇਨਿੰਗ ਕੋਰਸ ਬਣਾਉਣਾ ਚਾਹੀਦਾ ਜਿਹਦੇ 'ਚ ਅਸੀਂ ਬੱਚਿਆਂ ਨੂੰ, ਜਿਨ੍ਹਾਂ ਨੂੰ ਏਅਰ ਕੰਡੀਸ਼ਨਿੰਗ ਦੇ ਬਾਰੇ ਸਿੱਖਣਾ ਹੈ, ਉਹ ਏਅਰ ਕੰਡੀਸ਼ਨਿੰਗ ਬਾਰੇ ਸਿੱਖਣ। ਵੈਲਡਿੰਗ ਦਾ ਕੋਰਸ ਹੋਵੇ, ਟਿਗ ਵੈਲਡਿੰਗ, ਮਿਗ ਵੈਲਡਿੰਗ, ਹਰ ਟਾਈਪ ਦੀ ਵੈਲਡਿੰਗ। ਸੈਨੀਟੇਸ਼ਨ ਦਾ ਕੋਰਸ ਹੋਵੇ ਔਰ ਸੈਨੀਟੇਸ਼ਨ ਐਂਡ ਪਲੰਬਿੰਗ ਦਾ ਕੋਰਸ ਹੋਵੇ, ਨਾਲ ਆਟੋਮੋਟਿਵ ਦਾ ਵੀ ਕੋਰਸ ਹੋਵੇ, ਤਾਂ ਕਿ ਇਹ ਬੱਚੇ ਜਿਸ ਵੇਲੇ ਪੜ੍ਹ ਜਾਣ ਇਹ ਐਂਟਰਪ੍ਰੇਨਿਓਰ ਬਣ ਜਾਣ ਔਰ ਆਪਣਾ ਕੰਮ ਕਰ ਸਕਣ। ਇਹ ਹੈਗਾ ਸਕੂਲਾਂ ਦੇ ਵਾਸਤੇ। ਅਗਲਾ ਸੁਝਾਅ ਉਹਨਾਂ ਨੇ ਰੱਖਿਆ ਹੈ ਕਿ ਹਰ ਸਾਲ ਦਾ ਬਜਟ ਬਣੇ, ਬਜਟ ਮੋਨੀਟਰਿੰਗ ਕਾਉਂਸਲ ਹੋਵੇ ਜਿੱਥੇ ਇਹ ਤੈਅ ਹੋ ਸਕੇ ਕਿ ਬਜਟ ਅਕੋਰਡਿੰਗ ਕਿਹੜੇ ਕੰਮਾਂ ਤੇ ਖਰਚ ਹੋਏ ਹਨ। ਮੇਰੀ ਅਗਲੀ ਬੇਨਤੀ ਹੈ ਕਿ ਹਰ ਸਾਲ ਦਾ ਇੱਕ ਬਜਟ ਬਣਨਾ ਚਾਹੀਦਾ ਹੈ ਔਰ ਉਹ ਬਜਟ ਜਿਹੜਾ ਹੈ ਉਹ ਬਜਟ ਮੋਨੀਟਰਿੰਗ ਇੱਕ ਕਾਉਂਸਲ ਹੋਣੀ ਚਾਹੀਦੀ ਜਿੱਥੇ ਪ੍ਰਧਾਨ ਰਿਪੋਰਟ ਕਰੇ ਜਾਂ ਜਿਹੜਾ ਇੱਕ ਪ੍ਰੋਫੈਸ਼ਨਲ ਹੈ ਉਹ ਰਿਪੋਰਟ ਕਰੇ ਕਿ ਇਹ ਬਜਟ ਦੇ ਮੁਤਾਬਕ ਅਸੀਂ ਕਿਹੜੇ ਕੰਮਾਂ ਤੇ ਕੀ ਖਰਚਾ ਕੀਤਾ ਹੈ। ਅਗਲਾ ਸਮੁੱਚਾ ਮੈਡੀਕਲ ਢਾਂਚਾ ਖੜਾ ਕਰਨ ਲਈ ਉਹਨਾਂ ਨੇ ਬੜਾ ਹੀ ਚੰਗਾ ਸੁਝਾਅ ਦਿੱਤਾ ਹੈ, ਜਿਸ ਲਈ ਧਨਾੜ ਸਿੱਖਾਂ ਦੀ ਮਦਦ ਲਈ ਜਾ ਸਕਦੀ ਹੈ ਜੋ ਇਸ ਨੂੰ ਵੱਖ-ਵੱਖ ਵਿਭਾਗਾਂ ਦਾ ਸਪਾਂਸਰ ਕਰ ਸਕਦੇ ਹਨ। ਫਿਰ ਆ ਜਾਂਦੀ ਹੈ ਗੱਲ ਮੈਡੀਕਲ ਦੀ। ਹੁਣ ਮੈਡੀਕਲ ਦਾ ਇਹ ਹੈ, ਅਗਰ ਸਾਡੇ ਕੋਲ ਸੁੱਚਾ ਪਲਾਨ ਹੋਵੇ ਤੇ ਅਸੀਂ ਜਿਹੜੇ ਧਨਾੜ ਸਿੱਖ ਹੈਗੇ ਨੇ ਉਹਨਾਂ ਨਾਲ ਸ਼ੇਅਰ ਕਰ ਸਕਦੇ ਹਾਂ। ਉਹ ਇੱਕ ਵਿੰਗ ਹੈ, ਉਹ ਆਪਣੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਉਹ ਕੰਸਲਟ ਕਰ ਸਕਦੇ ਨੇ, ਜਿਸ ਤਰ੍ਹਾਂ OPD ਹੈ, ਆਰਥੋਪੀਡਿਕ ਹੈ, ਡੈਂਟਿਸਟਰੀ ਹੈ, ਗੈਸਟਰੋਲੋਜੀ ਹੈ। ਉਹਨਾਂ 'ਚ ਸੂਝ-ਬੂਝ ਹੈ ਜਾਂ ਇੰਨਾ ਗੁਰੂ ਮਹਾਰਾਜ ਦੀ ਉਹਨਾਂ 'ਤੇ ਮਿਹਰ ਹੈ ਕਿ ਉਹ ਇਸ ਨੂੰ ਸਪਾਂਸਰ ਕਰ ਸਕਦੇ ਨੇ। ਇੱਕ ਵਾਰੀ ਇਹ ਬਣਾ ਕੇ ਬਹੁਤ ਅੱਛਾ CEO ਜਿਹੜਾ ਕਿ ਹਸਪੀਟਲ ਚਲਾ ਸਕਦਾ ਹੈ ਆਪਣੇ ਗੁਰਸਿੱਖਾਂ ਦੇ ਵਿੱਚੋਂ ਹੀ, ਉਸ ਨੂੰ ਸਿਲੈਕਟ ਕਰਨਾ ਚਾਹੀਦਾ ਹੈ ਔਰ ਉਸ ਨੂੰ ਇਹ ਰਨ ਕਰਨਾ ਚਾਹੀਦਾ ਹੈ। ਸਾਨੂੰ ਇੱਕ ਕੁਰੇਤ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਫੰਡਿੰਗ ਦਾ ਇਸ਼ੂ ਹੈ। ਸਾਨੂੰ ਇਹ ਵੀ ਕੁਰੇਤ ਨਹੀਂ ਕਰਨੀ ਚਾਹੀਦੀ ਕਿ ਅਸੀਂ ਥੋੜ੍ਹਾ ਬਹੁਤਾ ਕੋਲੈਟਰਲ ਦੇ ਕੇ ਤੇ ਬੈਂਕਾਂ ਕੋਲੋਂ ਪੈਸਾ ਲੈ ਕੇ ਇਹ ਕੰਮ ਕਰ ਸਕੀਏ, ਕਿਉਂਕਿ ਅਗਰ ਤੁਹਾਡੀ ਪ੍ਰੋਜੈਕਸ਼ਨ ਜਿਹੜੀ ਹੈ ਪ੍ਰੋਫਿਟੇਬਲ ਹੈ, ਤੁਹਾਡੇ ਪ੍ਰੋਫਿਟ 'ਚੋਂ ਹੀ ਇਹ ਪੈਸਾ ਜਾਣਾ। ਨਾਲ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਨੇ ਜਿਹਦੇ ਕੋਲ ਤੁਹਾਨੂੰ ਮਦਦ ਮਿਲ ਸਕਦੀ ਹੈ, ਗ੍ਰਾਂਟ ਮਿਲ ਸਕਦੀ ਹੈ, ਉੱਥੋਂ ਵੀ ਤੁਹਾਨੂੰ ਲੈਣੀ ਚਾਹੀਦੀ ਹੈ। ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਅਗਰ ਤੁਸੀਂ ਕੋਈ ਕੰਮ ਕਰਨੇ ਨੇ ਔਰ ਮਾਸ ਸਕੇਲ 'ਤੇ ਕਰਨੇ ਨੇ ਔਰ ਮਾਡਰਨ ਸਕੇਲ 'ਤੇ ਕਰਨੇ ਨੇ ਤੇ ਬੈਂਕਿੰਗ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਨਹੀਂ ਕਿ ਅਸੀਂ ਕੋਲੈਟਰਲ ਆਪਣੇ ਢਾਹ ਦੇਵਾਂਗੇ ਜਾਂ ਉਹਨਾਂ ਦੇ ਹਵਾਲੇ ਕਰ ਦੇਵਾਂਗੇ, ਪਰ ਸਾਨੂੰ ਰਿਸੋਰਸ ਇੱਕ ਚਾਹੀਦੀ ਹੈ ਪੈਸੇ ਦੀ, ਜਿਹਦੇ ਨਾਲ ਅਸੀਂ ਆਪਣੇ ਕੰਮ ਸਾਰੇ ਕਰ ਸਕੀਏ ਔਰ ਕੌਮ ਨੂੰ ਅਸੀਂ ਉੱਚਾ ਉਠਾ ਸਕੀਏ। ਨਵੀਂ ਪੀੜ੍ਹੀ ਨੂੰ ਵਿਸ਼ਵ ਪੱਧਰ ਦੇ ਗਿਆਨ ਦੇ ਹਾਣਦਾ ਬਣਾਉਣ ਸਮੇਤ ਸਿੱਖ ਕੌਮ ਨੂੰ ਗਲੋਬਲੀ ਪਛਾਣ ਦੇਣ ਸਮੇਤ ਉਹਨਾਂ ਨੇ ਬਹੁਮੁੱਲੇ ਸੁਝਾਅ ਰੱਖੇ ਹਨ। ਸਾਨੂੰ ਗਲੋਬਲ ਲਰਨਿੰਗ ਹੋਣੀ ਚਾਹੀਦੀ ਸਾਡੇ 'ਚ। ਬਈ ਸਾਡੇ ਬੱਚੇ ਜਿਹੜੇ ਬਾਹਰ ਦੇ ਬੱਚੇ ਨੇ, ਜਿਹੜੇ ਅਮਰੀਕਾ ਦੇ ਨੇ, ਆਸਟ੍ਰੇਲੀਆ ਦੇ ਨੇ ਜਾਂ ਜਿਹੜੇ ਕੈਨੇਡਾ ਦੇ ਨੇ, ਉਹਨਾਂ ਦੇ ਗਰੁੱਪ ਸਾਨੂੰ ਇਨਵਾਈਟ ਕਰਨੇ ਚਾਹੀਦੇ ਨੇ। ਜਿੱਥੇ ਸਾਡੇ ਕੋਲ ਇੰਨੇ ਆਡੀਟੋਰੀਅਮ ਨੇ ਉੱਥੇ ਡਿਬੇਟਸ ਹੋਣ, ਕੋਈ ਵੀ ਸਬਜੈਕਟ ਲੈ ਕੇ ਡਿਬੇਟਸ ਹੋਣ ਔਰ ਡਿਬੇਟਸ ਸਾਡੇ ਬੱਚੇ ਵੀ ਕਰਨ, ਉਹ ਵੀ ਕਰਨ।
ਕੁਝ ਅਸੀਂ ਉਹਨਾਂ ਕੋਲੋਂ ਸਿੱਖੀਏ, ਉਹ ਕੁਝ ਸਾਡੇ ਕੋਲੋਂ ਸਿੱਖਣ। ਔਰ ਕੀਰਤਨ ਔਰ ਡਿਬੇਟਸ ਇਹਨਾਂ ਦੇ ਉੱਤੇ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ। ਉਹਨਾਂ ਦਾ ਆਉਣ ਦਾ ਕਿਰਾਇਆ, ਰਹਿਣ ਦਾ, ਇਹ ਗੁਰਦੁਆਰੇ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਸਾਡੇ ਕੋਲ ਬੜੀਆਂ ਰਹਿਣ ਦੀਆਂ ਅਵਸਥਾ ਹੈਗੀਆਂ। ਸੋ ਜਿਸ ਵੇਲੇ ਅਸੀਂ ਇਹ ਕੰਮ ਕੀਤਾ, ਸਾਡੀ ਸਿੱਖੀ ਇੱਕ ਚੋਟ ਤੇ ਪਹੁੰਚ ਜਾਏਗੀ, ਇੱਕ ਲੈਵਲ ਤੇ ਪਹੁੰਚ ਜਾਏਗੀ ਜਿਹੜੀ ਗਲੋਬਲੀ ਰੈਕਗਨਾਈਜ਼ ਹੋਏਗੀ। ਸੋ ਭਰਾਵੋ, ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਅਸੀਂ ਇੰਪਰੂਵ ਕਰ ਸਕਦੇ ਹਾਂ। ਜਿਸ ਤਰ੍ਹਾਂ ਘਰ ਘਰ ਇਹਨਾਂ ਦੇ ਇੱਕ ਸੈਂਟਰ ਖੋਲ੍ਹ ਕੇ ਜਗ੍ਹਾ ਜਗ੍ਹਾ 'ਤੇ ਜਿੱਥੇ ਜਨਾਨੀਆਂ ਸਿਕਲੀ ਘਰ ਗਰੀਬ ਜਨਾਨੀਆਂ ਨੇ, ਉਹਨਾਂ ਦੇ ਸਟਿਚਿੰਗ ਸੈਂਟਰ ਖੋਲ੍ਹੇ ਜਾਣ, ਐਮਬਰਾਇਡਰੀ ਸੈਂਟਰ ਖੋਲ੍ਹੇ ਜਾਣ, ਨਿਟਿੰਗ ਸੈਂਟਰ ਖੋਲ੍ਹੇ ਜਾਣ, ਤਾਂ ਕਿ ਉਹ ਲੇਡੀਜ਼ ਜਿਹੜੀਆਂ ਨੇ ਅੱਜ ਵਿਚਾਰੀਆਂ ਘਰਾਂ 'ਚ ਕੰਮ ਕਰਦੀਆਂ ਨੇ, ਉਹ ਇਸ ਨੂੰ ਲਰਨਿੰਗ ਕਰਕੇ 4 ਪੈਸੇ ਕਮਾ ਸਕਣ। ਔਰ ਮੇਰੀ ਇਹ ਇੱਕ ਜ਼ਰੂਰ ਬੇਨਤੀ ਹੈ ਕਿ ਕੋਸ਼ਿਸ਼ ਕਰੋ ਕਿ ਆਪਣੇ ਗੁਰਬੇ ਨੂੰ ਉੱਪਰ ਚੁੱਕੋ। ਜਿਹੜੇ ਤੁਹਾਡੇ ਫੈਕਟਰੀਆਂ ਦੇ ਵਿੱਚ ਜਾਂ ਜਿਹੜੇ ਵੀ ਵਰਕਰਸ ਨੇ, ਤੁਸੀਂ ਇੱਕ ਚਾਂਸ ਆਪਣੀ ਕੌਮ ਦੇ ਬੱਚਿਆਂ ਨੂੰ ਦਿਓ ਤਾਂ ਕਿ ਉਹ ਅਰਨਿੰਗ ਕਰ ਸਕਣ, ਨਾਲ ਲਰਨਿੰਗ ਕਰ ਸਕਣ। ਸੋ ਇਹ ਮੇਰੀ ਬੇਨਤੀ ਹੈ। ਜਿਹੜੀਆਂ ਚੀਜ਼ਾਂ ਸਾਨੂੰ ਸਖਤ ਲੋੜ ਨੇ, ਮੇਰੇ ਹਿਸਾਬ ਨਾਲ ਇਹ ਹੈਗੀਆਂ। ਇਹ ਮੇਰੇ ਵਿਚਾਰ ਹੀ ਨਹੀਂ, ਇਹ ਵਿਚਾਰ 15-20 ਲਰਨਡ ਸਿੱਖਾਂ ਦੇ, ਇੰਟਲੈਕਚੁਅਲਸ ਦੇ ਵੀ ਇਹ ਹੀ ਨੇ। ਬਈ ਇਸ ਤਰੀਕੇ ਨਾਲ ਮੈਨੇਜ ਹੋਣਾ ਚਾਹੀਦਾ ਗੁਰਦੁਆਰੇ ਦਾ ਪ੍ਰਬੰਧ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।